ਹੈਲੋ ਸਟੂਡੈਂਟ, ਮੈਂ ਮਨੀਸ਼ ਕੰਬੋਜ ਤੁਹਾਡੇ ਆਪਣੇ ਚੈਨਲ 24/7 ਐਜੂਕੇਸ਼ਨ ਹੱਬ ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਹੋਪ ਕੈਮਿਸਟਰੀ ਦਾ ਫਸਟ ਲੈਕਚਰ ਤੁਹਾਨੂੰ ਕਾਫੀ ਜ਼ਿਆਦਾ ਪਸੰਦ ਆਇਆ ਹੋਵੇਗਾ। ਅੱਜ ਆਪਾਂ ਸੈਕਿੰਡ ਲੈਕਚਰ ਆਫ ਕੈਮਿਸਟਰੀ ਦੇ ਵਿੱਚ ਕਾਫੀ ਸਾਰਾ ਡਾਟਾ ਕਵਰ ਅਪ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਜਿੰਨੇ ਵੀ ਲੈਕਚਰ ਹਨ ਪੰਜਾਬ ਔਰ ਸੈਂਟਰਲ ਲੈਵਲ ਐਗਜ਼ਾਮ ਦੇ ਲਈ ਜੋ ਵੀ ਤੁਹਾਡਾ ਐਗਜ਼ਾਮ ਹੈ ਉਸ ਦੇ ਲਈ ਸਫੀਸ਼ੀਐਂਟ ਹਨ। ਅਗਰ ਕੈਮਿਸਟਰੀ ਤੋਂ ਕਿਸੇ ਵੀ ਐਗਜ਼ਾਮ ਦੇ ਵਿੱਚ 5 to 6 ਕੁਐਸਚਨ ਆ ਰਹੇ ਹਨ ਤਾਂ ਸਾਰੇ ਹੀ ਕੁਐਸਚਨ ਤੁਸੀਂ ਸੋਲਵ ਕਰ ਪਾਓਗੇ ਅਗਰ ਤੁਸੀਂ ਮੇਰੇ ਦੁਆਰਾ ਚਲਾਇਆ ਗਿਆ ਫ੍ਰੀ ਆਫ ਕੋਸਟ ਕੈਮਿਸਟਰੀ ਦਾ ਕ੍ਰੈਸ਼ ਕੋਰਸ ਜੁਆਇਨ ਕਰਦੇ ਹੋ। ਦੇਖੋ ਸਟੂਡੈਂਟ, ਮੇਰੀ ਹਰ ਵੀਡੀਓ ਦੇ ਵਿੱਚ ਇੱਕ ਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਾਰਾ ਹੀ ਡਾਟਾ ਬਾਇਲੈਂਗੁਅਲ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਬਿਲਕੁਲ ਬੇਸਿਕ ਲੈਵਲ ਦੇ ਵਿੱਚ ਕਰਵਾਇਆ ਜਾਏ। ਹੌਲੀ ਹੌਲੀ ਆਪਾਂ ਬੇਸਿਕ ਲੈਵਲ ਤੋਂ ਹਾਈ ਲੈਵਲ ਵੱਲ ਮੂਵ ਕਰਾਂਗੇ। ਸਭ ਤੋਂ ਇੰਪੋਰਟੈਂਟ ਚੀਜ਼ ਉਹ ਹੈ ਕਿ ਤੁਹਾਡੇ ਕਨਸੈਪਟ ਕਲੀਅਰ ਹੋਣੇ ਚਾਹੀਦੇ ਹਨ। ਹਾਂਜੀ, ਅਗਰ ਤੁਹਾਡੇ ਕਿਸੇ ਵੀ ਸਬਜੈਕਟ ਦੇ ਕਨਸੈਪਟ ਕਲੀਅਰ ਹਨ ਤਾਂ ਤੁਸੀਂ ਕੋਈ ਵੀ ਐਗਜ਼ਾਮ ਨੂੰ ਕਰੈਕ ਕਰ ਸਕਦੇ ਹੋ। ਰਟੀਫਿਕੇਸ਼ਨ ਨਹੀਂ ਕਰਨਾ ਹੈ, ਮੈਂ ਵਾਰ-ਵਾਰ ਕਹਿੰਦਾ ਹਾਂ। ਹਾਂਜੀ, ਕਿਸੇ ਵੀ ਟੌਪਿਕ ਦੇ 20 ਤੋਂ 30 ਕੁਐਸਚਨ ਕਰਕੇ ਐਗਜ਼ਾਮ ਕਰੈਕ ਨਹੀਂ ਕਰਿਆ ਜਾਂਦਾ। ਤੁਹਾਡੇ ਬੇਸਿਕ ਕਵਰ ਹੋਣੇ ਜ਼ਰੂਰੀ ਹਨ। ਹਾਂਜੀ ਸਟੂਡੈਂਟ, ਤਾਂ ਮੂਵ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਸਾਇਣਿਕ ਸੰਗਠਨ ਦੇ ਆਧਾਰ ਤੇ ਪਦਾਰਥ ਦਾ ਵਰਗੀਕਰਨ, ਯਾਨੀ ਕਿ ਬੇਸਡ ਔਨ ਕੈਮੀਕਲ ਕੰਪੋਜੀਸ਼ਨ। ਹਾਂਜੀ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ ਪਦਾਰਥ ਨੂੰ ਰਸਾਇਣਿਕ ਸੰਗਠਨ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਲਾਸਟ ਲੈਕਚਰ ਦੇ ਵਿੱਚ ਅਗਰ ਤੁਹਾਨੂੰ ਯਾਦ ਹੈ ਤਾਂ ਆਪਾਂ ਫਿਜ਼ੀਕਲ ਸਟੇਜ ਦੇ ਬਾਰੇ ਆਪਾਂ ਪੜ੍ਹਿਆ ਸੀ। ਫਿਜ਼ੀਕਲ ਸਟੇਜ ਦੇ ਵਿੱਚ ਆਪਾਂ ਪਦਾਰਥ ਦੀਆਂ 5 ਸਟੇਜ ਨੂੰ ਪੜ੍ਹਿਆ: ਸੋਲਿਡ, ਲਿਕੁਇਡ, ਗੈਸ, ਪਲਾਜ਼ਮਾ ਔਰ ਲਾਸਟ ਸੀ BEC ਯਾਨੀ ਕਿ ਬੋਸ ਆਇਨਸਟਾਈਨ ਕੰਡੈਂਸੇਟ। ਹਾਂਜੀ, ਤਾਂ ਉਹ ਸੀ ਫਿਜ਼ੀਕਲ ਸਟੇਟ। ਅੱਜ ਆਪਾਂ ਗੱਲ ਕਰ ਰਹੇ ਹਾਂ ਕੈਮੀਕਲ ਕੰਪੋਜੀਸ਼ਨ ਜਾਂ ਫਿਰ ਰਸਾਇਣਿਕ ਸੰਗਠਨ ਦੇ ਬਾਰੇ। ਹਾਂਜੀ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ ਰਸਾਇਣਿਕ ਸੰਗਠਨ ਜਾਂ ਕੈਮੀਕਲ ਕੰਪੋਜੀਸ਼ਨ ਦੇ ਆਧਾਰ ਤੇ ਤਾਂ ਇਸ ਦੇ ਵਿੱਚ ਆਪਾਂ ਦੋ ਚੀਜ਼ਾਂ ਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲੀ ਹੈ ਜੀ ਪਿਓਰ ਔਰ ਦੂਸਰੀ ਹੈ ਜੀ ਇੰਪਿਓਰ, ਯਾਨੀ ਕਿ ਸ਼ੁੱਧ ਅਤੇ ਅਸ਼ੁੱਧ। ਰਸਾਇਣਿਕ ਸੰਗਠਨ ਦੇ ਆਧਾਰ ਤੇ ਪਦਾਰਥ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰਿਆ ਜਾਂਦਾ ਹੈ, ਪਿਓਰ ਐਂਡ ਇੰਪਿਓਰ। ਇਸ ਤੋਂ ਬਾਅਦ ਸਟੂਡੈਂਟ ਪਿਓਰ ਨੂੰ ਵੀ ਅੱਗੇ ਦੋ ਟਾਈਪ ਦੇ ਵਿੱਚ ਡਿਵਾਈਡ ਕਰਿਆ ਹੋਇਆ ਹੈ। ਫਸਟ ਹੈ ਜੀ ਐਲੀਮੈਂਟ, ਜਿਸ ਨੂੰ ਆਪਾਂ ਤੱਤ ਬੋਲਦੇ ਹਾਂ। ਸੈਕਿੰਡ ਹੈ ਜੀ ਕੰਪਾਊਂਡ, ਜਿਸ ਨੂੰ ਯੌਗਿਕ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਇੰਪਿਓਰ ਦੇ ਵਿੱਚ ਆਪਾਂ ਮਿਕਸਚਰ ਦੇ ਬਾਰੇ ਪੜ੍ਹਾਂਗੇ, ਯਾਨੀ ਕਿ ਜੋ ਮਿਸ਼ਰਤ ਹੁੰਦਾ ਹੈ। ਇਸ ਤੋਂ ਇਲਾਵਾ ਮਿਕਸਚਰ ਵੀ ਦੋ ਪਾਰਟ ਦੇ ਵਿੱਚ ਡਿਵਾਈਡ ਕਰਿਆ ਹੋਇਆ ਹੈ। ਫਸਟ ਹੈ ਜੀ ਹੋਮੋਜੀਨੀਅਸ, ਜਿਸ ਨੂੰ ਸਮਾਂਗ ਮਿਸ਼ਰਣ ਬੋਲਿਆ ਜਾਂਦਾ ਹੈ, ਔਰ ਸੈਕਿੰਡ ਹੈ ਜੀ ਹੈਟਰੋਜੀਨੀਅਸ, ਜਿਸ ਨੂੰ ਵਿਸ਼ਮਾਂਗ ਮਿਸ਼ਰਣ ਬੋਲਿਆ ਜਾਂਦਾ ਹੈ। ਸਟੂਡੈਂਟ, ਇਹ ਕੁਝ ਬੇਸਿਕ ਪੁਆਇੰਟਸ ਹਨ ਜੋ ਐਗਜ਼ਾਮ ਦੇ ਵਿੱਚ ਅਕਸਰ ਪੁੱਛੇ ਜਾਂਦੇ ਹਨ। ਇੱਕ ਪੁਆਇੰਟ ਤੁਸੀਂ ਹੋਰ ਯਾਦ ਰੱਖਣਾ ਹੈ, ਐਗਜ਼ਾਮ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਜੋ ਸੋਲਿਊਸ਼ਨ ਹੈ, ਸੋਲਿਊਸ਼ਨ ਕਿਸ ਨੂੰ ਬੋਲਦੇ ਹਨ। ਸੋਲਿਊਸ਼ਨ ਯਾਨੀ ਕਿ ਵਿਲੈਨ, ਤਾਂ ਸੋਲਿਊਸ਼ਨ ਬੋਲਿਆ ਜਾਂਦਾ ਹੈ ਹੋਮੋਜੀਨੀਅਸ ਨੂੰ, ਯਾਨੀ ਕਿ ਸਮਾਂਗ ਮਿਸ਼ਰਣ। ਇਸ ਤੋਂ ਬਾਅਦ ਸਟੂਡੈਂਟ ਆਪਾਂ 1 by 1 ਇਹਨਾਂ ਦੇ ਬਾਰੇ ਪੂਰੀ ਡਿਟੇਲ ਦੇ ਨਾਲ ਪੜ੍ਹਾਂਗੇ ਤਾਂ ਕਿ ਆਪਣੇ ਐਗਜ਼ਾਮ ਦੇ ਵਿੱਚ ਆਉਣ ਵਾਲਾ ਹਰ ਕੁਐਸਚਨ ਜੋ ਕੈਮਿਸਟਰੀ ਬੈਕਗਰਾਊਂਡ ਤੋਂ ਹੈ ਉਸ ਨੂੰ ਆਪਾਂ ਸੋਲਵ ਕਰ ਸਕੀਏ ਔਰ ਆਪਾਂ ਆਪਣੇ ਐਗਜ਼ਾਮ ਦੇ ਵਿੱਚ ਸਿਲੈਕਸ਼ਨ ਆਪਣੀ ਪੱਕੀ ਕਰ ਸਕੀਏ। ਹਾਂਜੀ ਸਟੂਡੈਂਟ, ਹੁਣ ਆਪਾਂ ਗੱਲ ਕਰਦੇ ਹਾਂ ਪਿਓਰ। ਤਾਂ ਪਿਓਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਤੱਤ, ਯਾਨੀ ਕਿ ਐਲੀਮੈਂਟ। ਹਾਂਜੀ ਸਟੂਡੈਂਟ, ਐਲੀਮੈਂਟ ਦੇ ਵਿੱਚ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਹਨ। ਅਗਰ ਆਪਾਂ ਗੱਲ ਕਰਦੇ ਹਾਂ ਪੁਆਇੰਟ ਨੰਬਰ ਫਸਟ ਦੀ, ਤਾਂ ਪੁਆਇੰਟ ਨੰਬਰ ਫਸਟ ਦੇ ਵਿੱਚ ਤੁਸੀਂ ਕੀ ਯਾਦ ਰੱਖੋਗੇ? ਇੱਕ ਹੀ ਟਾਈਪ ਦੇ ਪਰਮਾਣੂਆਂ ਤੋਂ ਬਣੇ ਪਦਾਰਥ ਨੂੰ ਤੱਤ ਕਹਿੰਦੇ ਹਨ। ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਹਾਂਜੀ ਦੇਖੋ ਸਟੂਡੈਂਟ, ਜਿੰਨਾ ਵੀ ਡਾਟਾ ਤੁਹਾਡੇ ਐਗਜ਼ਾਮ ਲਈ ਸਫੀਸ਼ੀਐਂਟ ਹੈ ਆਪਾਂ ਉਹੀ ਕਰਾਂਗੇ।
बुक्स वाली लैंग्वेज आपां फॉलो नहीं करांगे, क्योंकि मैं काफ़ी सारे प्रीवियस ईयर एग्जाम ਨੂੰ ਸਟੱਡੀ ਕਰਨ ਤੋਂ ਬਾਅਦ ਹੀ ਤੁਹਾਡੇ ਲਈ ਕੈਮਿਸਟਰੀ ਦਾ ਕ੍ਰੈਸ਼ ਕੋਰਸ ਲੈ ਕੇ ਆਇਆ ਹਾਂ। ਹਾਂਜੀ, ਤਾਂ ਐਲੀਮੈਂਟ ਦੇ ਵਿੱਚ ਆਪਾਂ ਦੇਖਿਆ ਸਭ ਤੋਂ ਪਹਿਲੀ ਚੀਜ਼ ਕਿ ਇੱਕ ਹੀ ਟਾਈਪ ਦੇ ਪਰਮਾਣੂ ਤੋਂ ਬਣੇ ਪਦਾਰਥ ਨੂੰ ਤੱਤ ਜਾਂ ਫਿਰ ਐਲੀਮੈਂਟ ਕਹਿੰਦੇ ਹਨ। ਤਾਂ ਐਲੀਮੈਂਟ ਕੀ ਹੋਇਆ? ਤਾਂ ਆਪਾਂ ਬੋਲ ਸਕਦੇ ਹਾਂ ਇੱਕ ਹੀ ਟਾਈਪ ਦੇ ਜੋ ਪਰਮਾਣੂ ਹੁੰਦੇ ਹਨ ਉਹਨਾਂ ਨੂੰ ਮਿਲਾਉਣ 'ਤੇ ਕੀ ਬਣਦਾ ਹੈ? ਤਾਂ ਆਪਾਂ ਦੇਖਿਆ ਜੀ ਤੱਤ ਜਾਂ ਫਿਰ ਐਲੀਮੈਂਟ ਬਣਦਾ ਹੈ। ਸੈਕਿੰਡ ਪੁਆਇੰਟ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਹਾਂਜੀ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ ਸੈਕਿੰਡ ਪੁਆਇੰਟ ਦੀ, ਤਾਂ ਸੈਕਿੰਡ ਪੁਆਇੰਟ ਦੇ ਵਿੱਚ ਕੀ ਲਿਖਿਆ ਹੈ? ਸੈਕਿੰਡ ਪੁਆਇੰਟ ਦਾ ਮਤਲਬ ਹੈ ਜੀ ਐਲੀਮੈਂਟ ਜਾਂ ਤੱਤ ਦੇ ਹਰ ਪਾਰਟ ਦਾ ਕੰਪੋਜੀਸ਼ਨ, ਕਰੈਕਟਰ, ਐਟੋਮਿਕ ਨੰਬਰ ਔਰ ਐਟੋਮਿਕ ਮਾਸ ਸੇਮ ਹੁੰਦਾ ਹੈ। ਦੇਖੋ ਸਟੂਡੈਂਟ, ਇੱਕ ਇੱਕ ਵਰਡ ਤੁਹਾਡੇ ਲਈ ਇੰਪੋਰਟੈਂਟ ਹੈ, ਕਿਉਂਕਿ ਇੱਕ ਇੱਕ ਵਰਡ ਤੋਂ ਹੀ MCQ ਕੁਐਸਚਨ ਬਣਦਾ ਹੈ। ਫੋਰ ਐਗਜ਼ਾਮਪਲ, ਅਗਰ ਪੁੱਛਿਆ ਜਾਏ ਕਿ ਜੋ ਐਲੀਮੈਂਟ ਹੁੰਦਾ ਹੈ, ਐਲੀਮੈਂਟ ਕਿਸ ਤੋਂ ਬਣਦਾ ਹੈ? ਤਾਂ ਇੱਕ ਹੀ ਟਾਈਪ ਦੇ ਪਰਮਾਣੂਆਂ ਤੋਂ ਬਣੇ ਪਦਾਰਥ ਨੂੰ ਕੀ ਬੋਲਦੇ ਹਨ ਜੀ? ਐਲੀਮੈਂਟ ਬੋਲਦੇ ਹਨ। ਔਰ ਐਲੀਮੈਂਟ ਦੇ ਹਰ ਪਾਰਟ ਦਾ ਕੰਪੋਜੀਸ਼ਨ, ਕਰੈਕਟਰ ਯਾਨੀ ਕਿ ਸੁਭਾਅ, ਐਟੋਮਿਕ ਨੰਬਰ ਔਰ ਐਟੋਮਿਕ ਮਾਸ ਕੀ ਹੁੰਦਾ ਹੈ ਜੀ? ਸੇਮ ਹੁੰਦਾ ਹੈ। ਫੋਰ ਐਗਜ਼ਾਮਪਲ, ਅਗਰ ਆਪਾਂ ਗੱਲ ਕਰਦੇ ਹਾਂ, ਹਾਂਜੀ ਮੇਰੇ ਕੋਲ ਇੱਕ ਲੋਹੇ ਦੀ ਇੱਕ ਛੜੀ ਹੈ Fe ਯਾਨੀ ਕਿ ਫੇਰਸ, ਜਾਂ ਫਿਰ ਇਸ ਨੂੰ ਆਪਾਂ ਆਇਰਨ ਬੋਲ ਸਕਦੇ ਹਾਂ। ਅਗਰ ਮੈਂ ਇਸ ਆਇਰਨ ਛੋਟੇ ਛੋਟੇ ਪਾਰਟ ਦੇ ਵਿੱਚ ਡਿਵਾਈਡ ਕਰਦਾ ਹਾਂ ਜਾਂ ਛੋਟੇ ਛੋਟੇ ਪਾਰਟ ਦੇ ਵਿੱਚ ਕੱਟ ਕਰਦਾ ਹਾਂ, ਤਾਂ ਜਿੰਨੇ ਵੀ ਟੁਕੜੇ ਹੋਣਗੇ ਉਹਨਾਂ ਟੁਕੜਿਆਂ ਦਾ ਐਟੋਮਿਕ ਨੰਬਰ, ਐਟੋਮਿਕ ਮਾਸ, ਕੰਪੋਜੀਸ਼ਨ ਜਾਂ ਕਰੈਕਟਰ ਸੇਮ ਰਹੇਗਾ। ਫੋਰ ਐਗਜ਼ਾਮਪਲ, ਆਇਰਨ ਕੀ ਹੈ ਜੀ? ਲੋਹਾ ਬਿਜਲੀ ਦਾ ਸੁਚਾਲਕ ਹੈ। ਅਗਰ ਮੈਂ ਇਸ ਲੋਹੇ ਦੀ ਛੜ ਨੂੰ ਛੋਟੇ ਛੋਟੇ ਪਾਰਟ ਦੇ ਵਿੱਚ ਵੀ ਡਿਵਾਈਡ ਕਰਦਾ ਹਾਂ, ਤਾਂ ਜਿੰਨੇ ਵੀ ਪਾਰਟ ਹੋਣਗੇ ਉਹ ਸਾਰੇ ਕੀ ਹੋਣਗੇ ਜੀ? ਉਹ ਸਾਰੇ ਬਿਜਲੀ ਦੇ ਸੁਚਾਲਕ ਜਾਂ ਕੰਡਕਟਰ ਹੋਣਗੇ। ਤਾਂ ਇਸ ਲਈ ਅਗਰ ਆਪਾਂ ਗੱਲ ਕਰਦੇ ਹਾਂ ਜੋ ਐਲੀਮੈਂਟ ਹੈ, ਐਲੀਮੈਂਟ ਦੇ ਹਰ ਪਾਰਟ ਦਾ ਕੰਪੋਜੀਸ਼ਨ, ਕਰੈਕਟਰ, ਐਟੋਮਿਕ ਨੰਬਰ ਔਰ ਐਟੋਮਿਕ ਮਾਸ ਹਮੇਸ਼ਾ ਹੀ ਸੇਮ ਰਹਿੰਦਾ ਹੈ। ਆਈ ਥਿੰਕ ਇਹ ਚੀਜ਼ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਮੂਵ ਕਰਦੇ ਹਾਂ ਆਪਾਂ ਆਪਣੀ ਨੈਕਸਟ ਸਲਾਈਡ ਦੀ ओर। ਹਾਂਜੀ ਸਟੂਡੈਂਟ, ਆਪਾਂ ਦੇਖਿਆ ਪਿਓਰ ਔਰ ਇੰਪਿਓਰ। ਇਹ ਕੀ ਹੈ ਜੀ? ਕੈਮੀਕਲ ਕੰਪੋਜੀਸ਼ਨ ਹੈ ਕਿਸ ਦੀ? ਪਦਾਰਥ ਦੀ। ਪਿਓਰ ਦੇ ਵਿੱਚ ਆਪਾਂ ਦੇਖਿਆ ਜੀ ਐਲੀਮੈਂਟ। ਤਾਂ ਦੇਖੋ ਸਟੂਡੈਂਟ, ਐਲੀਮੈਂਟ ਨੂੰ ਅੱਗੇ 3 ਪਾਰਟ ਦੇ ਵਿੱਚ ਡਿਵਾਈਡ ਕਰਿਆ ਹੋਇਆ ਹੈ। ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਆਏ, ਮੈਟਲ ਜਿਸ ਨੂੰ ਆਪਾਂ ਧਾਤੂ ਬੋਲਦੇ ਹਾਂ, ਨੋਨ ਮੈਟਲ ਜਿਸ ਨੂੰ ਅਧਾਤੂ ਬੋਲਦੇ ਹਾਂ, ਔਰ ਮੈਟਾਲੋਇਡ ਜਿਸ ਨੂੰ ਉਪ ਧਾਤੂ ਬੋਲਿਆ ਜਾਂਦਾ ਹੈ। ਤਾਂ ਇਹ ਤਿੰਨੋਂ ਹੀ ਕੀ ਹਨ? ਤਾਂ ਆਪਣਾ ਆਨਸਰ ਹੋਏਗਾ ਜੀ ਐਲੀਮੈਂਟ ਹਨ। ਤਾਂ ਐਲੀਮੈਂਟ ਦੇਖੋ ਜੀ, ਪਿਓਰ 2 ਪਾਰਟ ਦੇ ਵਿੱਚ ਡਿਵਾਈਡ ਹੋਇਆ, ਇੱਕ ਐਲੀਮੈਂਟ ਔਰ ਸੈਕਿੰਡ ਆਪਾਂ ਦੇਖਿਆ ਜੀ ਕੰਪਾਊਂਡ। 2 ਚੀਜ਼ਾਂ ਦੇਖੀਆਂ। ਔਰ ਐਲੀਮੈਂਟ ਵੀ ਫਰਦਰ 3 ਟਾਈਪ ਦੇ ਵਿੱਚ ਡਿਵਾਈਡ ਹੁੰਦਾ ਹੈ, ਮੈਟਲ, ਨੋਨ ਮੈਟਲ ਔਰ ਮੈਟਾਲੋਇਡ। ਇਹ ਚੀਜ਼ ਤੁਹਾਨੂੰ ਯਾਦ ਰੱਖਣੀ ਹੈ। ਹੁਣ ਆਪਾਂ 1 ਬਾਏ 1 ਮੈਟਲ, ਨੋਨ ਮੈਟਲ ਔਰ ਮੈਟਾਲੋਇਡ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਜੀ ਮੈਟਲ ਜਾਂ ਫਿਰ ਧਾਤੂ ਕੀ ਹੁੰਦੀ ਹੈ। ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਜੋ ਤੁਸੀਂ ਯਾਦ ਰੱਖਣਾ ਹੈ ਉਹ ਹੈ ਜੀ ਜਿੰਨੀਆਂ ਵੀ ਮੈਟਲਸ ਹੁੰਦੀਆਂ ਹਨ ਇਹ ਸਾਰੀਆਂ ਕੀ ਹੁੰਦੀਆਂ ਹਨ ਜੀ? ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਅਗਰ ਕੁਐਸਚਨ ਆਏ ਤਾਪ ਅਤੇ ਬਿਜਲੀ ਦੇ ਸੁਚਾਲਕ ਕੌਣ ਹੁੰਦੇ ਹਨ, ਤਾਂ ਆਪਣਾ ਆਨਸਰ ਹੋਏਗਾ ਜੀ ਮੈਟਲ ਜਾਂ ਫਿਰ ਧਾਤੂ। ਜਿੰਨੀਆਂ ਵੀ ਮੈਟਲ ਹੁੰਦੀਆਂ ਹਨ ਸਾਰੀਆਂ ਕੀ ਹੁੰਦੀਆਂ ਹਨ? ਤਾਂ ਆਪਾਂ ਦੇਖਿਆ ਜੀ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ, ਯਾਨੀ ਕਿ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਹਾਂਜੀ ਸਟੂਡੈਂਟ, ਇਹ ਚੀਜ਼ ਤਾਂ ਆਪਾਂ ਨੂੰ ਪਤਾ ਚੱਲ ਗਈ। ਬਟ ਅਗਰ ਕੁਐਸਚਨ ਆਏ ਮੈਟਲ ਦੇ ਵਿੱਚ ਸਭ ਤੋਂ ਬੈਸਟ ਐਗਜ਼ਾਮਪਲ ਗੁੱਡ ਕੰਡਕਟਰ ਦੀ, ਤਾਂ ਫਸਟ ਹੋਏਗਾ ਜੀ ਆਪਣਾ ਆਨਸਰ ਸਿਲਵਰ ਯਾਨੀ ਕਿ ਚਾਂਦੀ, ਔਰ ਸੈਕਿੰਡ ਹੋਏਗਾ ਜੀ ਕੋਪਰ। ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਬੈਸਟ ਕੰਡਕਟਰ ਆਫ ਇਲੈਕਟ੍ਰੀਸਿਟੀ, ਤਾਂ ਆਪਣਾ ਆਨਸਰ ਹੋਏਗਾ ਜੀ ਸਿਲਵਰ। ਔਰ ਅਗਰ ਸਿਲਵਰ ਆਪਸ਼ਨ ਦੇ ਵਿੱਚ ਨਾ ਹੋਏ ਤਾਂ ਸੈਕਿੰਡ ਆਪਸ਼ਨ ਆਪਣੀ ਹੋਏਗੀ ਜੀ ਕੋਪਰ।
ਮੈਟਲ ਦੀ ਆਪਾਂ ਫਸਟ ਕੁਆਲਿਟੀ ਦੇਖੀ, ਇਹ ਕੀ ਹੁੰਦੀਆਂ ਹਨ ਜੀ? ਤਾਪ ਅਤੇ ਬਿਜਲੀ ਦੀਆਂ ਸੁਚਾਲਕ ਜਾਂ ਫਿਰ ਗੁੱਡ ਕੰਡਕਟਰ ਹੁੰਦੀਆਂ ਹਨ। ਨੈਕਸਟ ਸੈਕਿੰਡ ਪੁਆਇੰਟ ਦੀ ਅਗਰ ਆਪਾਂ ਗੱਲ ਕਰਦੇ ਹਾਂ, ਸੈਕਿੰਡ ਪੁਆਇੰਟ ਹੈ ਜੀ ਮੈਲੇਏਬਲ। ਮੈਲੇਏਬਲ ਦਾ ਮਤਲਬ ਹੁੰਦਾ ਹੈ ਜੀ ਕੁਟੀਨ ਯੋਗ। ਇਸ ਨੂੰ ਅਗਰ ਆਪਾਂ ਗੱਲ ਕਰਦੇ ਹਾਂ, ਇਸ ਦਾ ਮਤਲਬ ਹੈ ਜੀ ਜਿੰਨੀਆਂ ਵੀ ਮੈਟਲ ਹੁੰਦੀਆਂ ਹਨ ਉਹਨਾਂ ਦੀ ਆਪਾਂ ਸ਼ੀਟ ਜਾਂ ਫਿਰ ਚਾਦਰ ਬਣਾ ਸਕਦੇ ਹਾਂ। ਯਾਨੀ ਕਿ ਜਿੰਨੀਆਂ ਵੀ ਮੈਟਲਸ ਹੁੰਦੀਆਂ ਹਨ ਇਹਨਾਂ ਦੀ ਆਪਾਂ ਕੀ ਬਣਾ ਸਕਦੇ ਹਾਂ? ਸ਼ੀਟ ਬਣਾ ਸਕਦੇ ਹਾਂ ਜਾਂ ਚਾਦਰ ਬਣਾ ਸਕਦੇ ਹਾਂ। ਇਹ ਮੈਟਲ ਦੇ ਕਿਹੜੇ ਗੁਣ ਦੇ ਵਿੱਚ ਆਏਗਾ? ਐਗਜ਼ਾਮ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ। ਹਾਂਜੀ, ਤਾਂ ਆਪਣਾ ਆਨਸਰ ਹੋਏਗਾ ਜੀ ਮੈਲੇਏਬਲ ਜਾਂ ਫਿਰ ਕੁਟੀਨ ਯੋਗਤਾ। ਆਈ ਹੋਪ ਇਹ ਚੀਜ਼ ਵੀ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਸੈਕਿੰਡ ਆਪਾਂ ਦੇਖਦੇ ਹਾਂ ਜੀ, ਇਹ ਹੁੰਦੀਆਂ ਹਨ ਜੀ ਡਕਟਾਈਲ। ਡਕਟਾਈਲ ਦਾ ਮਤਲਬ ਹੁੰਦਾ ਹੈ ਖਿਚੀਨ ਯੋਗ। ਐਗਜ਼ਾਮ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਜੋ ਡਕਟਾਈਲ ਗੁਣ ਹੈ ਇਹ ਕੀ ਹੁੰਦਾ ਹੈ? ਤਾਂ ਆਪਾਂ ਦੇਖਿਆ ਜੀ ਖਿੱਚਣ 'ਤੇ ਤਾਰ ਬਣਾਈ ਜਾ ਸਕਦੀ ਹੈ। ਯਾਨੀ ਕਿ ਡਕਟਾਈਲ ਦਾ ਮਤਲਬ ਹੁੰਦਾ ਹੈ ਜੀ ਖਿਚੀਨ ਯੋਗ, ਯਾਨੀ ਕਿ ਜੋ ਮੈਟਲ ਹੈ ਮੈਟਲ ਨੂੰ ਆਪਾਂ ਖਿੱਚ ਕੇ ਇੱਕ ਲੰਬੀ ਤਾਰ ਦੇ ਰੂਪ ਵਿੱਚ ਬਦਲ ਸਕਦੇ ਹਾਂ। ਹੁਣ ਦੇਖੋ ਸਟੂਡੈਂਟ, ਅਗਰ ਆਪਾਂ ਇਸ ਦੀ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਬੈਸਟ ਐਗਜ਼ਾਮਪਲ ਹੈ ਜੀ ਗੋਲਡ ਔਰ ਸੈਕਿੰਡ ਬੈਸਟ ਐਗਜ਼ਾਮਪਲ ਹੈ ਜੀ ਸਿਲਵਰ। ਦੋਸਤੋ 1 ਗ੍ਰਾਮ ਗੋਲਡ ਦੀ ਅਪਰੋਕਸੀਮੇਟਲੀ 2 ਕਿਲੋਮੀਟਰ ਲੰਬੀ ਆਪਾਂ ਤਾਰ ਬਣਾ ਸਕਦੇ ਹਾਂ। ਤਾਂ ਇਸ ਦਾ ਮਤਲਬ ਕੀ ਹੈ ਜੀ? ਮੈਟਲ ਦੇ ਵਿੱਚ ਕਿਹੜੀ ਕੁਆਲਿਟੀ ਹੈ? ਡਕਟਾਈਲ ਦੀ। ਔਰ ਅਗਰ ਆਪਾਂ ਗੋਲਡ ਦੀ ਗੱਲ ਕਰਦੇ ਹਾਂ ਤਾਂ ਗੋਲਡ ਤੋਂ 2 ਕੁਐਸਚਨ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ। ਫਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਇਸ ਦੀ ਜੋ ਪਿਓਰਿਟੀ ਹੁੰਦੀ ਹੈ ਉਹ ਆਪਾਂ ਮੇਜ਼ਰ ਕਰਦੇ ਹਾਂ ਕੈਰਟ ਦੇ ਵਿੱਚ, ਔਰ ਗੋਲਡ ਕਿੰਨੇ ਕੈਰਟ ਦਾ ਹੁੰਦਾ ਹੈ? 24 ਕੈਰਟ ਦਾ। ਬਟ ਸਟੂਡੈਂਟ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ, ਜੋ ਗੋਲਡ 24 ਕੈਰਟ ਦਾ ਹੁੰਦਾ ਹੈ ਉਸ ਦੇ ਵਿੱਚ 22 ਕੈਰਟ ਦਾ ਗੋਲਡ ਮਿਲੇਗਾ ਔਰ 2 ਕੈਰਟ ਕੀ ਪਾਇਆ ਹੁੰਦਾ ਹੈ? ਕੋਪਰ ਪਾਇਆ ਹੁੰਦਾ ਹੈ। ਔਰ ਐਗਜ਼ਾਮ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਜੋ 24 ਕੈਰਟ ਗੋਲਡ ਹੈ ਉਸ ਦੇ ਵਿੱਚ ਕਿੰਨੇ ਕੈਰਟ ਕੋਪਰ ਪਾਇਆ ਹੁੰਦਾ ਹੈ? ਤਾਂ ਆਪਣਾ ਆਨਸਰ ਹੋਏਗਾ ਜੀ 2 ਕੈਰਟ ਕੋਪਰ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਲਾਸਟ ਪੁਆਇੰਟ, ਹਾਂਜੀ ਫੋਰਥ ਕੁਆਲਿਟੀ ਦੀ ਅਗਰ ਆਪਾਂ ਗੱਲ ਕਰਦੇ ਹਾਂ ਦੈਟ ਇਜ਼ ਵੈਰੀ ਇੰਪੋਰਟੈਂਟ। ਹਾਂਜੀ ਸਟੂਡੈਂਟ, ਫੋਰਥ ਜੋ ਕੁਆਲਿਟੀ ਹੈ ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਇਹ ਹੈ ਜੀ ਸੋਨੋਰਸ। ਸੋਨੋਰਸ ਦਾ ਮਤਲਬ ਹੁੰਦਾ ਹੈ ਜੀ ਆਵਾਜ਼ ਕਰਦੇ ਹਨ। ਯਾਨੀ ਕਿ ਜੋ ਵੀ ਮੈਟਲ ਹੁੰਦੀ ਹੈ, ਅਗਰ ਆਪਾਂ ਮੈਟਲ ਨੂੰ ਕਿਸੇ ਚੀਜ਼ ਦੇ ਨਾਲ, ਹਥੌੜੇ ਦੇ ਨਾਲ ਉਸ ਨੂੰ ਆਪਾਂ ਮਾਰਦੇ ਹਾਂ ਤਾਂ ਮੈਟਲ ਕੀ ਕਰੇਗੀ? ਆਵਾਜ਼ ਕਰੇਗੀ। ਦੇਖੋ ਸਟੂਡੈਂਟ, ਇੱਕ ਇੱਕ ਪੁਆਇੰਟ ਤੁਹਾਡੇ ਲਈ ਇੰਪੋਰਟੈਂਟ ਹੈ। ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਮੈਟਲਸ ਦੀ ਕੁਆਲਿਟੀ ਦੇ ਉੱਪਰ ਔਰ ਸੈਕਿੰਡ ਇਸ ਦੀ ਐਗਜ਼ਾਮਪਲ ਦੇ ਉੱਪਰ। ਤਾਂ ਦੋਨੋਂ ਹੀ ਚੀਜ਼ਾਂ ਮੈਂ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਵਰ ਅਪ ਕਰਵਾ ਰਿਹਾ ਹਾਂ। ਅਗਰ ਆਪਾਂ ਗੱਲ ਕਰਦੇ ਹਾਂ ਮੈਟਲ ਦੀ ਕੁਆਲਿਟੀਜ਼ ਦੀ ਤਾਂ ਆਪਾਂ ਦੇਖਿਆ ਜੀ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਐਗਜ਼ਾਮਪਲ ਆਪਾਂ ਦੇਖੀਆਂ ਸਿਲਵਰ ਐਂਡ ਕੋਪਰ। ਸੈਕਿੰਡ ਹੈ ਜੀ ਮੈਲੇਏਬਲ, ਸ਼ੀਟ ਬਣਾਈ ਜਾ ਸਕਦੀ ਹੈ। ਡਕਟਾਈਲ ਦਾ ਮਤਲਬ ਖਿੱਚਣ 'ਤੇ ਤਾਰ ਬਣਾਈ ਜਾ ਸਕਦੀ ਹੈ। ਔਰ ਇਹਨਾਂ ਦੋਨਾਂ ਦੀ ਬੈਸਟ ਐਗਜ਼ਾਮਪਲ ਹੈ ਜੀ ਗੋਲਡ ਔਰ ਸੈਕਿੰਡ ਸਿਲਵਰ ਹੈ। ਗੋਲਡ ਦੇ ਵਿੱਚ ਆਪਾਂ ਦੇਖਿਆ 2 ਕੈਰਟ ਕੀ ਹੁੰਦਾ ਹੈ? ਕੋਪਰ ਹੁੰਦਾ ਹੈ। ਔਰ ਇੱਕ ਆਪਾਂ ਐਗਜ਼ਾਮਪਲ ਦੇਖੀ ਸੋਨੋਰਸ। ਸੋਨੋਰਸ ਯਾਨੀ ਕਿ ਇਹਨਾਂ ਨੂੰ ਪਿੱਟਣ 'ਤੇ ਕੀ ਹੁੰਦਾ ਹੈ ਜੀ? ਆਵਾਜ਼ ਆਉਂਦੀ ਹੈ। ਇਸ ਤੋਂ ਬਾਅਦ ਮੂਵ ਕਰਦੇ ਹਾਂ ਆਪਾਂ ਨੈਕਸਟ ਕੁਆਲਿਟੀ ਆਫ ਮੈਟਲ ਦੀ। ਹਾਂਜੀ ਸਟੂਡੈਂਟ, ਨੈਕਸਟ ਹੈ ਜੀ ਡੈਂਸਿਟੀ। ਡੈਂਸਿਟੀ ਯਾਨੀ ਕਿ ਜੋ ਘਣਤਾ ਹੁੰਦੀ ਹੈ ਇਸ ਦੇ ਵਿੱਚ ਮੈਕਸਿਮਮ ਪਾਈ ਜਾਂਦੀ ਹੈ। ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਮੈਟਲ, ਨੋਨ ਮੈਟਲ ਔਰ ਮੈਟਾਲੋਇਡ, ਧਾਤ, ਉਪਧਾਤ ਔਰ ਆਧਾਤ, ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਘਣਤਾ ਕਿਸ ਦੇ ਵਿੱਚ ਪਾਈ ਜਾਂਦੀ ਹੈ? ਤਾਂ ਆਪਣਾ ਆਨਸਰ ਹੋਏਗਾ ਜੀ ਮੈਟਲ ਯਾਨੀ ਕਿ ਧਾਤਾਂ ਦੇ ਵਿੱਚ। ਨੈਕਸਟ ਮੈਲਟਿੰਗ ਪੁਆਇੰਟ ਔਰ ਬੋਇਲਿੰਗ ਪੁਆਇੰਟ। ਗਲਨਾਕ ਅਤੇ ਕਵਥਨਾਕ ਵੀ ਇਹਨਾਂ ਦਾ ਕੀ ਹੁੰਦਾ ਹੈ? ਕਾਫੀ ਜ਼ਿਆਦਾ ਹਾਈ ਹੁੰਦਾ ਹੈ। ਔਰ ਇੱਥੋਂ ਹੀ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜੋ ਟੰਗਸਟਨ ਹੈ, ਜਾਂ ਫਿਰ ਆਪਾਂ ਬੋਲ ਸਕਦੇ ਹਾਂ ਟੰਗਸਟਨ ਕੀ ਹੈ? ਇੱਕ ਧਾਤ ਹੈ, ਇੱਕ ਮੈਟਲ ਹੈ। ਔਰ ਅਗਰ ਕੁਐਸਚਨ ਆਏ ਸਭ ਤੋਂ ਜ਼ਿਆਦਾ ਮੈਲਟਿੰਗ ਪੁਆਇੰਟ ਕਿਸ ਦਾ ਹੁੰਦਾ ਹੈ ਜਾਂ ਕਿਸ ਧਾਤ ਦਾ ਹੁੰਦਾ ਹੈ? ਆਪਣਾ ਆਨਸਰ ਹੋਏਗਾ ਜੀ ਟੰਗਸਟਨ।
और इसका मैल्टिंग पॉइंट भी अक्सर एग्जाम ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਇਹ ਡਾਟਾ मैं NCERT बुक तो लेके आया हाँ। इसका मेल्टिंग पॉइंट है जी 3380 डिग्री सैल्सीयस। आई होप इस चीज़ की भी तुहानू समझ आ चुकी होएगी। और अक्सर एग्जाम ਦੇ ਵਿੱਚ ਪੁੱਛਿਆ ਜਾਂਦਾ है जो बल्ब है बल्ब का फिलामेंट किस दा बनया हुंदा है। तो अपना आंसर होएगा जी बल्ब का फिलामेंट टंगस्टन का बनया हुंदा है। और टंगस्टन की है जी एक मैटल है। इस तो बाद मूव करते हैं नैक्सट कुछ इंपोर्टेंट पॉइंट की ओर। अगर एग्जाम के क्वेश्चन आए मैटल्स की होंदियां हन तो अपना आंसर की होएगा जी जनरली जो मैटल होंदियां हन ये की होंदियां हन जी सॉलिड फॉर्म के विच होंदियां हन, यानी कि ठोस होंदियां हन। बट एक मैटल ऐदां दी है जो एक्सैप्शन है, यानी कि अपवाद है। देखो स्टूडेंट आपां देखिया जनरली जो मैटल होंदियां हन वो की होंदियां हन जी सॉलिड होंदियां हन। बट एक्सैप्शन की है जी जो मरकरी है जिसनों आपां HG या पारा बोलते हैं ये किस फॉर्म दे विच होंदी है। तो अपना आंसर होएगा जी लिक्विड फॉर्म दे विच। हाँ जी स्टूडेंट मरकरी की है जी एक लिक्विड मैटल है। और अक्सर एग्जाम दे विच क्वेश्चन पूछा जाता है कि सारिया मैटल की होंदियां हन सॉलिड होंदियां हन, किस तो बिना तो मरकरी तो, क्योंकि मरकरी मैटल होंदे हुए भी की होंदी है सॉलिड ना होके लिक्विड फॉर्म दे विच होंदी है। और अक्सर एग्जाम दे विच पूछा जाता है मरकरी नूं और किस नाम नाल जानिया जाता है तो क्विक सिल्वर के नाम नाल जानिया जाता है। और एक क्वेश्चन मरकरी दी और यानी कि मरकरी नूं कित्थों निकालिया जाता है उसनूं बोलिया जाता है और या अयस्क। तो इसकी और है जी सिनेबार। आई थिंक ये भी चीज़ां तुहानूं क्लीयर हो चुकियां होणगियां। सिनेबार किसदा और है तो मरकरी का। इस तो बाद कुछ इंपोर्टेंट पॉइंट और तुसीं याद करने हैं। देखो जी अपना जो पीरियोडिक टेबल होंदा है पीरियोडिक टेबल दे विच जो मैटल होंदियां हन किस साइड ते होंदियां हन तो ये होंदियां हन जी लैफ्ट साइड ते। देखो स्टूडेंट लैफ्ट साइड ऑफ पीरियोडिक टेबल मैटल होंदियां हन। राइट साइड की अगर आप गल करते हाँ तो नॉन मैटल होंदियां हन। और अपने पीरियोडिक टेबल के बिल्कुल सेंटर दे विच मैटालोइड यानी कि उप धातां पाईयां जांदियां हन। आई थिंक ये भी तुहानूं कवरअप हो गया होएगा। नैक्सट आपां गल करते हाँ जी 3 पॉइंट जो अक्सर एग्जाम के विच चर्चा का विषय रहिंदे हन वो हन जी सब तो भारी धातु। हाँ जी स्टूडेंट सब तो भारी धातु किसनूं बोलिया जाता है तो अपना आंसर होएगा जी ओसमियम। नैक्सट क्वेश्चन सब तो हल्की धातु तो अपना आंसर होएगा जी लिथियम। 2 क्वेश्चन अपने बने भारी धातु ओसमियम और सब तो हल्की धातु लिथियम। और एक क्वेश्चन अपनी जो अर्थ क्रस्ट होंदी है अर्थ क्रस्ट दे विच सब तो ज़्यादा केड़ी धातु पाई जाती है तो अपना आंसर होएगा जी एलूमीनीयम। हाँ जी ये कुछ तुहाडे इंपोर्टेंट पॉइंट्स हैं जो पंजाब के एग्जाम के विच अक्सर पूछे जाते हैं। हुण आपां गल करते हैं जी इंपोर्टेंट फैक्ट की। देखो स्टूडेंट तुहाडे कंसैप्ट भी क्लीयर कराए जाएंगे MCQ क्वेश्चन भी करवाए जाएंगे प्लस जिन्ने भी फैक्ट इंपोर्टेंट हैं जो ट्रैडिशनल क्वेश्चन बनते हैं हर एग्जाम च वार वार रिपीट होंगे हैं तुहानूं वो भी करवाए जाएंगे। हुण देखो स्टूडेंट कुछ फैक्ट मैं तुहाडे लई लेके आया हाँ। फॉर एग्जाम्पल अगर एग्जाम दे विच पूछा जाए पानी उपर तैरन वाली धातु किहड़ी है तो अपना आंसर होएगा जी सोडियम। सैकेंड फोटोग्राफी विच किस तत्त का यूज़ कराया जाता है तो अपना आंसर होएगा जी सिल्वर ब्रोमाइड का। थर्ड फैक्ट है जी सब तो कठोर धातु तो अपना आंसर होएगा जी प्लैटिनम। हुण स्टूडेंट एक कन्फ्यूजन जो अक्सर स्टूडेंट एग्जाम टाइम करते हैं एग्जाम दे विच क्वेश्चन आएगा सब तो कठोर धातु या मैटल किहड़ी है तो अपना आंसर की होएगा जी प्लैटिनम। बट स्टूडेंट ए ऑप्शन दे विच हीरा होएगा और स्टूडेंट जल्दबाजी दे विच हीरा टिक कर दिंदा है। बट क्वेश्चन दे विच की पूछा गया क्वेश्चन दे विच पूछा जाता है कि सब तो कठोर धातु किहड़ी है तो कठोर धातु है जी प्लैटिनम। और हीरा की है जी तो हीरा सब तो कठोर एलीमेंट है यानी कि तत्त है। नैक्सट मूव करते हैं जी हीमोग्लोबिन। तो देखो जी अपने RBC दे विच की पाया जाता है हीमोग्लोबिन पाया जाता है।
और ਹੀਮੋਗਲੋबिन ਦੇ ਵਿੱਚ ਕਿਹੜੀ ਧਾਤੂ ਹੁੰਦੀ ਹੈ? ਤਾਂ ਆਪਣਾ ਆਨਸਰ ਹੋਏਗਾ ਜੀ ਲੋਹਾ ਯਾਨੀ ਕਿ ਆਇਰਨ। ਦੇਖੋ ਸਟੂਡੈਂਟ, ਹੀਮੋਗਲੋबिन अगर आप गल करते हाँ तो आयरन और प्रोटीन तो मिल के बनता है। हीमो तो की बनया, सॉरी आयरन तो बनेगा जी हीमो, और एक ग्लोबुलिन प्रोटीन होंदा है जो ग्लोबिन का निर्माण करता है। नैक्सट आप गल करते हाँ जी समुंदर विच सब तो वध धातु किहड़ी पाई जाती है? तो अपना आंसर होएगा जी सोडियम धातु, और ये पानी के उपर तैरन वाली धातु है। नैक्सट आप गल करते हैं जी किस धातु नूं चाकू दे नाल कट्टिया जा सकता है? देखो स्टूडेंट, आपां देखा मैटल जनरली की हुंदियां हन सॉलिड फॉर्म दे विच हुंदियां, बट पारा फॉर्म दे विच ओनली मरकरी हुंदी है। बट कुछ इस तरह दी धातु भी हैं जिन्हां नूं चाकू दे नाल कट्टिया जा सकता है। वो हैं जी लिथियम, सोडियम और पोटाशियम। लास्ट अपना जो फैक्ट है वो है जी सोडियम ਅਤੇ पोटाशियम ਨੂੰ ਆਪਾਂ ਕਿੱਥੇ ਰੱਖਦੇ ਹਾਂ? ਅਕਸਰ एग्जाम ਦੇ ਵਿੱਚ ਪੁੱਛਿਆ ਜਾਣ ਵਾਲਾ क्वेश्चन। ਤਾਂ सोडियम ਅਤੇ पोटाशियम ਨੂੰ ਆਪਾਂ ਕੈਰੋਸਿਨ ਦੇ ਤੇਲ ਵਿੱਚ ਰੱਖਦੇ ਹਾਂ। आई होप ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਹੋਣਗੀਆਂ। ਹਾਂਜੀ ਸਟੂਡੈਂਟ, ਹੁਣ ਆਪਾਂ मूव ਕਰਦੇ ਹਾਂ ਆਪਣੀ ਨੈਕਸਟ ਸਲਾਈਡ ਦੀ ओर। ਮੈਟਲ ਆਪਾਂ ਕੰਪਲੀਟ ਕਰ ਚੁੱਕੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਨੌਨ ਮੈਟਲ ਦੀ ओर। नॉन मैटल यानी कि अधातु। हाँ जी स्टूडेंट, इस दे विच सब तो इंपोर्टेंट पॉइंट जो तुसी याद रखना है वो है जी बैड कंडक्टर ऑफ इलैक्ट्रिसिटी एंड हीट। देखो स्टूडेंट, जिन्नियां भी नॉन मैटल्स हुंदियां हन ये की हुंदियां हन तां ये बिजली अते ताप दियां कुचालक हुंदियां हन। बट मैटल दे विच आपां की देखिया? गुड कंडक्टर ऑफ इलैक्ट्रिसिटी एंड हीट। हाँ जी स्टूडेंट, हुण जो क्वेश्चन एग्जाम दे विच पूछा जाता है वो पूछा जाएगा एक्सैप्शन तो। एक्सैप्शन यानी कि उपवाद। इसका मतलब है जी सारियां नॉन मैटल की हुंदियां हन? सारियां नॉन मैटल हुंदियां हन जी इलैक्ट्रिसिटी एंड हीट दियां बैड कंडक्टर यानी कि इंसुलेटर हुंदियां हन। बट जो डायमंड हुंदा है, जो डायमंड यानी कि हीरा हुंदा है, ये की है जी हीट दा कंडक्टर है। और हीरा सब तो ज़्यादा कित्थे पाया जाता है? तो ये पाया जाएगा पन्ना खान दे विच। और पन्ना खान कित्थे है? तो ये है जी MP दे विच। हुण दो क्वेश्चन जो डायमंड तो पूछे जाते हैं। फर्स्ट क्वेश्चन आएगा जी डायमंड कार्बन का शुद्ध रूप है। सैकेंड चीज़ कुदरती तौर पर या फिर नेचर दे विच मिलन वाला सब तो कठोर तत्त किहड़ा है जी? हीरा। देखो स्टूडेंट, ਜਦੋਂ ਆਪਾਂ ਲਾਸਟ ਸਲਾਈਡ ਦੇ ਵਿੱਚ ਗੱਲ ਕਰੀ ਸੀ ਧਾਤੂ ਦੀ, ਤਾਂ ਸਭ ਤੋਂ ਕਠੋਰ ਧਾਤੂ ਆਪਾਂ ਕਿਹੜੀ ਕਰੀ? ਪਲੈਟੀਨਮ। ਔਰ ਹੁਣ ਆਪਾਂ ਗੱਲ ਕਰ ਰਹੇ ਹਾਂ ਡਾਇਮੰਡ ਦੀ। ਤਾਂ ਡਾਇਮੰਡ ਕੀ ਹੈ? ਇੱਕ ਐਲੀਮੈਂਟ ਹੈ ਔਰ ਸਭ ਤੋਂ ਕਠੋਰ ਹੈ। ਹਾਂਜੀ ਸਟੂਡੈਂਟ, ਡਾਇਮੰਡ ਦੇ ਬਾਰੇ ਆਪਾਂ ਦੇਖਿਆ ਡਾਇਮੰਡ ਕੀ ਹੈ ਜੀ? ਹੀਟ ਦਾ ਗੁੱਡ ਕੰਡਕਟਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਗ੍ਰੇਫਾਈਟ ਦੀ। ਹਾਂਜੀ ਸਟੂਡੈਂਟ, ਗ੍ਰੇਫਾਈਟ ਕੀ ਹੈ ਜੀ? ਨੌਨ ਮੈਟਲ ਹੁੰਦੇ ਹੋਏ ਵੀ ਇਹ ਕੀ ਕਰਦਾ ਹੈ ਜੀ? इलैक्ट्रिसिटी का गुड कंडक्टर है। यानी कि आप देखा नॉन मैटल सारिया ही की होंदियां हन बैड कंडक्टर किस दियां? इलैक्ट्रिसिटी अते हीट दियां। बट डायमंड और ग्रेफाइट क्यों जरूरी हैं? डायमंड हीट का कंडक्टर है और ग्रेफाइट इलैक्ट्रिसिटी का कंडक्टर है। एक एग्जाम दे विच और जो क्वेश्चन पूछा जाता है वो है जी जो ग्रेफाइट है इसका यूज़ कित्थे कराया जाता है? तो अपना आंसर आएगा जी पेंसिल दे विच। जो पेंसिल की निब होंदी है वो किस दी बनी होंदी है? तो वो बनी होंदी है ग्रेफाइट दी। इस तो बाद 3 पॉइंट जो तुसी और याद रखने हैं वो हाँ जी इस दे विच नो मैलीएबल, नो डक्टाइल और नो सोनोरस, यानी कि ऐदां दे गुण नहीं पाए जाते। लास्ट स्लाइड दे विच याद करो आपां देखिया सी मैटल। मैटल की है जी मैलीएबल, यानी कि उसनों ਆਪਾਂ ਹਥੌੜੇ ਦੇ ਨਾਲ ਕੁੱਟ ਕੇ ਚਾਦਰ ਬਣਾ ਸਕਦੇ ਹਾਂ। बट नो जो नॉन मैटल है नो मैलीएबल, यानी कि इसकी चादर नहीं बनाई जा सकती। नो डक्टाइल, लास्ट स्लाइड ਦੇ ਵਿੱਚ ਆਪਾਂ ਦੇਖਿਆ ਸੀ मैटल की है जी डक्टाइल है, उस तो एक लंबी तार बनाई जा सकती है। बट नॉन मैटल तो आप तार नहीं बना सकते। नो सोनोरस का मतलब आप देखा कि जिसनों पिटन ते आवाज़ आए। बट अगर आप नॉन मैटल ਨੂੰ ਹਥੌੜੇ ਦੇ ਨਾਲ ਪਿੱਟਦੇ ਹਾਂ ਤਾਂ ਇਸ ਦੀ ਆਵਾਜ਼ ਨਹੀਂ ਆਏਗੀ। ਤਾਂ ਆਪਾਂ ਬੋਲ ਸਕਦੇ ਹਾਂ ਨੌਨ ਮੈਟਲ ਦੇ ਵਿੱਚ ਮੈਲੀਏਬਲ,
ਡਕਟਾਈਲ ਔਰ ਸੋਨੋਰਸ ਗੁਣ ਨਹੀਂ ਪਾਏ ਜਾਂਦੇ। ਇਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਜਨਰਲੀ ਇਹ ਕਿਸ ਫਾਰਮ ਦੇ ਵਿੱਚ ਹੁੰਦੇ ਹਨ? ਤਾਂ ਸੋਲਿਡ ਅਤੇ ਗੈਸ ਫਾਰਮ ਦੇ ਵਿੱਚ ਹੁੰਦੇ ਹਨ। ਬਟ ਇੱਕ ਐਗਜ਼ਾਮ ਦੇ ਵਿੱਚ ਜੋ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ, ਬ੍ਰੋਮਾਈਨ ਨੋਨ ਮੈਟਲ ਹੁੰਦੇ ਹੋਏ ਵੀ ਕਿਸ ਫਾਰਮ ਦੇ ਵਿੱਚ ਹੁੰਦਾ ਹੈ? ਤਾਂ ਲਿਕੁਇਡ ਫਾਰਮ ਦੇ ਵਿੱਚ ਹੁੰਦਾ ਹੈ। ਦੇਖੋ ਸਟੂਡੈਂਟ, ਲਾਸਟ ਸਲਾਈਡ ਨੂੰ ਵੀ ਆਪਾਂ ਨਾਲ ਲੈ ਕੇ ਚੱਲਾਂਗੇ। ਹਾਂਜੀ, ਲਾਸਟ ਸਲਾਈਡ ਦੇ ਵਿੱਚ ਆਪਾਂ ਦੇਖਿਆ ਕਿ ਜਿੰਨੇ ਵੀ ਜੋ ਮੈਟਲ ਹੁੰਦੇ ਹਨ ਉਹ ਜਨਰਲੀ ਸੋਲਿਡ ਹੁੰਦੇ ਹਨ। ਬਟ ਮਰਕਰੀ ਕੀ ਹੈ ਜੀ? ਮੈਟਲ ਹੁੰਦੇ ਹੋਏ ਵੀ ਲਿਕੁਇਡ ਫਾਰਮ ਦੇ ਵਿੱਚ ਪਾਇਆ ਜਾਂਦਾ ਹੈ। ਇੱਥੇ ਆਪਾਂ ਦੇਖਿਆ ਜਿੰਨੇ ਵੀ ਨੋਨ ਮੈਟਲ ਹੁੰਦੇ ਹਨ ਉਹ ਸਾਰੇ ਕੀ ਹੁੰਦੇ ਹਨ? ਸੋਲਿਡ ਜਾਂ ਫਿਰ ਗੈਸ ਹੁੰਦੇ ਹਨ। ਬਟ ਬ੍ਰੋਮੀਨ ਲਿਕੁਇਡ ਫਾਰਮ ਦੇ ਵਿੱਚ ਪਾਇਆ ਜਾਂਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਸ ਦਾ ਜੋ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹੈ ਉਹ ਦੋਨੋਂ ਹੀ ਕੀ ਹੁੰਦੇ ਹਨ? ਲੋ ਹੁੰਦੇ ਹਨ, ਔਰ ਇਸ ਕਰਕੇ ਇਸ ਦੀ ਡੈਂਸਿਟੀ ਵੀ ਕੀ ਹੁੰਦੀ ਹੈ? ਲੋ ਹੁੰਦੀ ਹੈ। ਹੁਣ ਸਟੂਡੈਂਟ, ਜੋ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਏਗਾ ਉਹ ਹੈ ਜੀ, ਹਾਂਜੀ, ਇਸ ਦੇ ਵਿੱਚ ਕੀ ਹੈ ਜੀ? ਇੱਕ ਧਾਤੂ ਚਮਕ। ਦੇਖੋ ਸਟੂਡੈਂਟ, ਅਗਰ ਆਪਾਂ ਗੱਲ ਕਰਦੇ ਹਾਂ ਧਾਤ ਦੀ, ਤਾਂ ਧਾਤ ਦੇ ਵਿੱਚ ਇੱਕ ਗੁਣ ਪਾਇਆ ਜਾਂਦਾ ਹੈ ਮੈਟੈਲਿਕ ਲਸਚਰ, ਯਾਨੀ ਕਿ ਧਾਤੂ ਚਮਕ ਹੁੰਦੀ ਹੈ। ਮੈਟਲ ਦੇ ਵਿੱਚ ਕੀ ਹੁੰਦਾ ਹੈ ਜੀ? ਧਾਤੂ ਚਮਕ ਹੁੰਦੀ ਹੈ। ਬਟ ਨੋਨ ਮੈਟਲ ਦੇ ਵਿੱਚ ਆਪਾਂ ਦੇਖਿਆ ਨੋ ਮੈਟੈਲਿਕ ਲਸਚਰ, ਯਾਨੀ ਕਿ ਧਾਤੂ ਚਮਕ ਨਹੀਂ ਹੁੰਦੀ। ਬਟ ਐਗਜ਼ਾਮ ਦੇ ਵਿੱਚ ਜੋ ਕੁਐਸਚਨ ਪੁੱਛਿਆ ਜਾਏਗਾ, ਨੋਨ ਮੈਟਲ ਦੇ ਵਿੱਚ ਨੋ ਮੈਟੈਲਿਕ ਲਸਚਰ, ਬਟ ਐਕਸੈਪਸ਼ਨ ਉਪਵਾਦ ਕੀ ਹੈ? ਆਇਓਡੀਨ ਕੀ ਹੈ ਜੀ? ਤਾਂ ਆਇਓਡੀਨ ਇੱਕ ਨੋਨ ਮੈਟਲ ਹੁੰਦੇ ਹੋਏ ਵੀ ਇਸ ਦੇ ਵਿੱਚ ਚਮਕ ਹੈ, ਬਾਕੀ ਨੋਨ ਮੈਟਲ ਦੇ ਵਿੱਚ ਗੁਣ ਨਹੀਂ ਹੁੰਦਾ, ਇਸ ਲਈ ਆਇਓਡੀਨ ਇੰਪੋਰਟੈਂਟ ਬਣ ਜਾਂਦਾ ਹੈ। ਹੁਣ ਸਟੂਡੈਂਟ, ਐਗਜ਼ਾਮ ਦੇ ਵਿੱਚ ਜੋ ਵਾਰ-ਵਾਰ ਕੁਐਸਚਨ ਰਿਪੀਟ ਹੁੰਦੇ ਹਨ ਆਪਾਂ ਉਹ ਡਿਸਕਸ ਕਰਦੇ ਹਾਂ। ਹਾਂਜੀ ਸਟੂਡੈਂਟ, ਸਭ ਤੋਂ ਪਹਿਲੇ ਸਭ ਤੋਂ ਹਲਕਾ ਤੱਤ ਕਿਹੜਾ ਹੈ? ਤਾਂ ਆਪਾਂ ਦੇਖਿਆ ਜੀ ਹਾਈਡਰੋਜਨ। ਨੈਕਸਟ ਆਪਾਂ ਗੱਲ ਕਰਦੇ ਹਾਂ ਹਾਈਡਰੋਜਨ ਬੰਬ ਕਿਸ ਨੇ ਬਣਾਇਆ? ਤਾਂ ਆਪਣਾ ਆਨਸਰ ਹੋਏਗਾ ਜੀ ਐਡਵਰਡ ਟੇਲਰ ਨੇ। ਨੈਕਸਟ ਐਟਮ ਬੰਬ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਸ ਨੂੰ ਬਣਾਇਆ ਓਟੋ ਹੋਨ ਨੇ। ਕਨਫਿਊਜ਼ ਨਹੀਂ ਹੋਣਾ ਹੈ, ਅਕਸਰ ਸਟੂਡੈਂਟ ਇੱਥੇ ਕਨਫਿਊਜ਼ ਹੁੰਦਾ ਹੈ। ਹਾਈਡਰੋਜਨ ਬੰਬ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਐਡਵਰਡ ਟੇਲਰ ਆਏਗਾ, ਔਰ ਐਟਮ ਬੰਬ ਦੀ ਗੱਲ ਕਰਾਂਗੇ ਤਾਂ ਏ ਤੋਂ ਐਟਮ ਔਰ ਏ ਤੋਂ ਓਟੋ ਹੋਨ ਹੋ ਜਾਏਗਾ। ਇਸ ਤੋਂ ਬਾਅਦ ਬਾਰੂਦ ਜਾਂ ਫਿਰ ਗਨ ਪਾਊਡਰ। ਦੇਖੋ ਜੀ, ਜੋ ਗਨ ਦੇ ਵਿੱਚ ਜੋ ਆਪਾਂ ਪਾਊਡਰ ਯੂਜ਼ ਕਰਦੇ ਹਾਂ, ਯਾਨੀ ਕਿ ਜੋ ਬਾਰੂਦ ਯੂਜ਼ ਕਰਦੇ ਹਾਂ, ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਇਸ ਦੀ ਖੋਜ ਕਿਸ ਨੇ ਕਰੀ? ਤਾਂ ਆਪਣਾ ਆਨਸਰ ਹੋਏਗਾ ਜੀ ਰੋਜ਼ਰ ਬੇਕਨ ਨੇ। ਹਾਂਜੀ ਸਟੂਡੈਂਟ, ਔਰ ਇਸ ਦੇ ਵਿੱਚ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾ ਵਿਸਫੋਟਕ ਕਿਹੜਾ ਸੀ? ਤਾਂ ਆਪਣਾ ਆਨਸਰ ਹੋਏਗਾ ਜੀ ਡਾਇਨਾਮਾਈਟ। ਔਰ ਡਾਇਨਾਮਾਈਟ ਦੀ ਖੋਜ ਕਿਸ ਨੇ ਕਰੀ? ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ। ਨੈਕਸਟ ਦੋ ਇੰਪੋਰਟੈਂਟ ਪੁਆਇੰਟ, ਹਾਂਜੀ ਉਹ ਹਾਂਜੀ ਆਰਟੀਫਿਸ਼ਲ ਰੇਨ ਕਰਾਉਣ ਲਈ, ਇੱਥੇ ਰੇਲ ਨਹੀਂ ਹੈ ਜੀ, ਰੇਨ ਲਿਖ ਲੈਣਾ ਹੈ। ਆਰਟੀਫਿਸ਼ਲ ਰੇਨ ਕਰਵਾਉਣ ਲਈ ਕਿਸ ਦਾ ਯੂਜ਼ ਕਰਿਆ ਜਾਂਦਾ ਹੈ? ਤਾਂ ਆਪਣਾ ਆਨਸਰ ਹੋਏਗਾ ਜੀ ਸਿਲਵਰ ਆਇਓਡਾਈਡ ਦਾ। ਨੈਕਸਟ ਕੁਐਸਚਨ ਹੈ ਜੀ ਵੋਟ ਦੀ ਇੰਕ ਬਣਦੀ ਹੈ, ਤਾਂ ਵੋਟ ਦੀ ਇੰਕ ਕਿਸ ਤੋਂ ਬਣਦੀ ਹੈ? ਆਪਣਾ ਆਨਸਰ ਹੋਏਗਾ ਜੀ ਸਿਲਵਰ ਨਾਈਟ੍ਰੇਟ ਤੋਂ। ਦੇਖੋ ਸਟੂਡੈਂਟ, ਥੋੜ੍ਹਾ ਜਿਹਾ ਡਿਫਰੈਂਸ ਹੈ ਦੋਨਾਂ ਦੇ ਵਿੱਚ। ਦੇਖੋ ਮੂਵੀਜ਼ ਵਗੈਰਾ ਦੇ ਵਿੱਚ ਇੱਕ ਆਰਟੀਫਿਸ਼ਲ ਰੇਨ ਕਰਵਾਈ ਜਾਂਦੀ ਹੈ, ਕਿਸ ਦੀ ਹੈਲਪ ਨਾਲ? ਸਿਲਵਰ ਆਇਓਡਾਈਡ ਦੀ ਹੈਲਪ ਦੇ ਨਾਲ। ਬਟ ਜੋ ਆਪਣੀ ਵੋਟ ਹੁੰਦੀ ਹੈ, ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਵੋਟ ਦੇ ਉੱਪਰ ਜੋ ਇੰਕ ਲਗਾਈ ਜਾਂਦੀ ਹੈ ਉਹ ਕਿਸ ਦੀ ਬਣੀ ਹੁੰਦੀ ਹੈ? ਤਾਂ ਉਹ ਬਣੀ ਹੁੰਦੀ ਹੈ ਸਿਲਵਰ ਨਾਈਟ੍ਰੇਟ ਦੀ। ਹਾਂਜੀ ਸਟੂਡੈਂਟ, ਆਈ ਹੋਪ ਇਹ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੋਏਗੀ। ਅਗਰ ਵੀਡੀਓ ਪਸੰਦ ਆ ਰਹੀ ਹੈ ਤਾਂ ਇਸ ਨੂੰ ਲਾਈਕ ਕਰੋ, ज़्यादा ਤੋਂ ज़्यादा ਇਸ ਵੀਡੀਓ ਦਾ ਲਿੰਕ ਆਪਣੇ ਫਰੈਂਡਸ ਤੱਕ ਸ਼ੇਅਰ ਕਰੋ, ਔਰ ਜੋ ਵੀ ਸਟੂਡੈਂਟ ਅੱਜ ਸਾਡੇ ਇਸ ਚੈਨਲ 'ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ। ਹਾਂਜੀ ਨੈਕਸਟ ਦੇਖੋ ਸਟੂਡੈਂਟ, ਆਪਾਂ ਮੈਟਲ ਨੋਨ ਮੈਟਲ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਵਰ ਅਪ ਕਰ ਚੁੱਕੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਮੈਟਾਲੋਇਡ ਜਾਂ ਫਿਰ ਉਪ ਧਾਤੂ ਦੀ। ਹਾਂਜੀ, ਇਸ ਦੇ ਵਿੱਚ ਜੋ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਉਹ ਇਹ ਹੈ ਜੀ, ਇਹ ਰੂਮ ਟੈਂਪਰੇਚਰ 'ਤੇ ਨੋਨ ਮੈਟਲ ਦੀ ਤਰ੍ਹਾਂ ਅਤੇ ਟੈਂਪਰੇਚਰ ਵਧਾਉਣ 'ਤੇ ਮੈਟਲ ਦੀ ਤਰ੍ਹਾਂ ਬਿਹੇਵ ਕਰਦੀ ਹੈ। ਹਾਂਜੀ ਸਟੂਡੈਂਟ, ਹੁਣ ਦੇਖੋ ਕੁਐਸਚਨ ਕੀ ਆਏਗਾ। ਕੁਐਸਚਨ ਇਹ ਬਣੇਗਾ ਕਿ ਜੋ ਮੈਟਾਲੋਇਡ ਉਪ ਧਾਤੂ ਹੁੰਦੀ ਹੈ
रूम टैंपरेचर ते किस दी तरह बिहेव करेगी, तो अपना आंसर होएगा जी नॉन मैटर की तरह। बट टैंपरेचर नूं वधाउण ते किस दी तरह बिहेव करेगी, तो मैटल यानी कि धातु की तरह। आई होप ये पॉइंट भी तुहानूं क्लीयर हो चुकिया होएगा। नैक्सट अगर आपां गल करते हाँ जी पीरियोडिक टेबल की, तो पीरियोडिक टेबल दे विच मैं तुहानूं पहले ही दस चुकिया हाँ, लैफ्ट साइड दे विच की होएगा मैटल, राइट साइड दे विच नॉन मैटल और सेंटर दे विच की होएगा जी मैटालोइड पाया जाएगा। हाँ जी स्टूडेंट, हुण देखो जी इस दियां एग्जाम्पल जो अक्सर एग्जाम दे विच पुछिया जांदियां हन। मैटालोइड की एग्जाम्पल है जी सिलिकॉन, जर्मेनियम और एंटीमनी। देखो स्टूडेंट सिंपल क्वेश्चन एग्जाम दे विच पुछे जाते हैं। पंजाब के एग्जाम दे विच खास करके जो क्वेश्चन पूछा जाता है एंटीमनी की है, तो अपना आंसर सिंपल जा होएगा उप धातु है। हाँ जी, तो देखो स्टूडेंट सिंपल लैवल तो आप हाई लैवल तक का डाटा कवरअप कर रहे हैं, बट तुहानूं बिल्कुल भी बोरिंग फील नहीं हो रहा होएगा। हाँ जी, अगर आप गल करते हैं सिलिकॉन की, हाँ जी, तो सिलिकॉन दे विच दो क्वेश्चन आप याद रखने हैं। सब तो पहली चीज़ कि इसका जो मेल्टिंग पॉइंट होंदा है वो कितना होंदा है जी, तो वो होंदा है अप्रोक्सीमेटली 1410 डिग्री सैल्सीयस। और सैकेंड चीज़ जो एग्जाम दे विच पूछी जाती है वो है जी सिलिकॉन वैली ऑफ इंडिया किसनों बोलिया जाता है, तो सिलिकॉन वैली ऑफ इंडिया बोलिया जाता है बेंगलोर नूं। और तुहाडे लिए जो क्वेश्चन है वो तुसीं दसना है सिलिकॉन वैली ऑफ वर्ल्ड किसनों बोलिया जाता है, यानी कि सिलिकॉन की घाटी वर्ल्ड लैवल ते किसनों बोलिया जाता है। देखो स्टूडेंट अगर एग्जाम दे विच क्वेश्चन आए कि जो आईसी चिप होंदियां हन जो कंप्यूटर दे विच यूज़ करिया जांदियां हन, आईसी यानी कि इंटीग्रेटेड सर्किट चिप, तो ये यूज़ करिया जांदियां हन कंप्यूटर दे विच और किस दी हैल्प दे नाल बनाईया जांदियां हन, तो अपना आंसर होएगा जी सिलिकॉन और जर्मेनियम। हाँ जी, ये दोनों चीज़ां तुसीं याद रखनियां हन। नैक्सट अगर आप गल करते हैं तो जो जर्मेनियम होंदा है इसका यूज़ किस दी फॉर्मेशन दे विच करिया जाता है, तो अपना आंसर होएगा जी एलईडी विच यूज़ होता है। एलईडी की फुल फॉर्म भी तुसीं याद रखनी है, लाइट अमीटिंग डायोड। आई होप ये चीज़ भी तुहानूं क्लीयर हो चुकी होएगी। हुण कुछ MCQ क्वेश्चन जो वार वार एग्जाम दे विच रिपीट होंदे हन। फर्स्ट है जी ऑक्सीजन सिलेंडर विच O2 दे नाल किहड़ी गैस होंदी है, तो अपना आंसर होएगा जी हीलियम गैस होंदी है। गुब्बारा, तो गुब्बारे दे विच भी किहड़ी गैस भरी जाती है, हीलियम गैस भरी जाती है। एयरक्राफ्ट जो होंदे हन हवाई जहाज़ उन्हां दे टायर दे विच भी हीलियम गैस होंदी है। गोताखोर जो समुंदर के नीचे जाते हैं पानी के अंदर, तो उन्होंने कोल जो सिलेंडर होंदा है उस दे विच भी O2 दे नाल हीलियम गैस ही भरी होंदी है। आई होप ये सारे पॉइंट तुहानूं समझ आ चुके होंगे। हुण आपां मूव करते हैं अपनी नैक्सट स्लाइड की ओर। देखो स्टूडेंट हुण आपां गल करते हैं जी कंपाउंड की। हाँ जी, इस स्लाइड दे विच आपां कंपाउंड अते मिक्सचर दोनों नूं बहुत ही वधिया तरीके दे नाल कवरअप करन दी कोशिश करांगे। मेरे द्वारा प्रोवाइड करवाया गया तुहानूं सारा ही डाटा बिल्कुल जैनुअन तरीके का मिलेगा। हर एग्जाम दे विच अपनियां स्लाइडां तो काफ़ी सारे क्वेश्चन पूछे गए हैं अते आने वाले एग्जाम दे विच भी पूछे जाएंगे। हाँ जी स्टूडेंट, सब तो पहला आप देखते हैं जी कंपाउंड या फिर यौगिक के बारे। देखो स्टूडेंट ध्यान दे नाल एक एक चीज़ नूं तुसीं सुनना है, क्योंकि मैं वही डाटा तुहानूं करवा रहा हाँ जो एग्जैक्ट एग्जाम दे विच पूछा जाता है। अगर आप गल करते हैं कंपाउंड या फिर यौगिक की, इस दे विच आपां जो चीज़ याद रखनी है वो है जी जदों दो या दो तो ज़्यादा तत्तां नूं एक निश्चित अनुपात विच मिलाया जाता है तो किसका निर्माण होंदा है, कंपाउंड का। हुण इत्थे फोकस करन वालियां किहड़ियां चीज़ां हन, आपां देखिया जदों दो या दो तो ज़्यादा तत्त या एलीमेंट नूं एक निश्चित या डेफिनेट प्रपोर्शन या अनुपात दे विच मिलाया जाए तो की बनेगा, कंपाउंड या फिर यौगिक बनेगा। इस तो बाद वेरी वेरी इंपोर्टेंट पॉइंट वो है जी कंपाउंड दा करैक्टर इसनूं बनाउण वाले एलीमेंट के करैक्टर तो अलग होंदा है। हुण इसका की मतलब है, तो देखो स्टूडेंट इसनूं आपां एक एग्जाम्पल दे नाल समझांगे। इस तो पहला तुहानूं ये पता होना चाहिए है
कि जदों भी कंपाउंड बनता है तो कंपाउंड बनन टाइम ना तो एनर्जी बनती है अते ना ही खत्म होती है, यानी कि ना तो एनर्जी रिलीज़ होती है अते ना ही अब्जॉर्ब होती है। हुण देखो स्टूडेंट, अपना जो पहले पॉइंट सीगा कि कंपाउंड का करैक्टर इसनूं बनाने वाले एलीमेंट के करैक्टर तो अलग होता है, वो किस तरह, इसकी एग्जाम्पल आप पहला देख लेंगे हाँ। वो है जी हाइड्रोजन। हाइड्रोजन की है जी एक कंपाउंड है। हुण देखो स्टूडेंट, अगर आप गल करते हाँ, एक है जी हाइड्रोजन गैस और दूसरी है जी ऑक्सीजन गैस। हाइड्रोजन गैस और ऑक्सीजन गैस, देखो स्टूडेंट ये दोनों ही की हैं गैसा हैं, बट जदों आप दो मॉलीक्यूल हाइड्रोजन के और एक मॉलीक्यूल ऑक्सीजन का मिलाते हाँ तो की बनता है जी, तो ये बनेगा H2O जो कि है लिक्विड है। देखो स्टूडेंट, हाइड्रोजन गैस है, ऑक्सीजन भी गैस है, बट जदों आप इसनों एक डेफिनेट प्रपोर्शन दे विच मिलाया, यानी कि 2:1 दे विच मिलाया तो की बनया H2O, यानी कि H2O पानी। और पानी की होंदा है लिक्विड या फिर द्रव होंदा है, बट इसनों बनाया किसने, गैस ने। तो इस तो पहले आप देखा सी कंपाउंड का करैक्टर इसनों बनाने वाले एलीमेंट के करैक्टर तो अलग होता है। आई होप ये भी चीज़ तो समझ आ चुकी होएगी। हुण आप मूव करते हाँ मिक्सचर या मिश्रण या मिश्रत दी ओर। हाँ जी स्टूडेंट, अगर वीडियो पसंद आ रही है तो इसनों लाइक करो, ज़्यादा तो ज़्यादा इसनों शेयर करो। मैं तुहाडे लई ऐदां दे ही क्रैश कोर्स सारे सबजैक्टां दे लैके आने वाला हाँ। हाँ जी स्टूडेंट, नैक्सट आप गल करते हाँ जी मिक्सचर की। तो देखो स्टूडेंट, मिक्सचर दे विच आपां किहड़े-किहड़े पॉइंट याद रखने हैं। सब तो पहला पॉइंट, दो या दो तो ज़्यादा कंपाउंड या एलीमेंट नूं एक अनिश्चित अनुपात विच मिलाया जदों मिलाया जाता है तो मिश्रण का निर्माण होता है। हुण स्टूडेंट जो चीज़ तुसीं ध्यान रखनी है वो है जी, जदों दो या दो तो ज़्यादा कंपाउंड यानी कि यौगिक या फिर एलीमेंट नूं एक अनिश्चित अनुपात या फिर इनडेफिनेट प्रपोर्शन दे विच मिलाया जाता है तो की बनता है, मिश्रण बनता है। हुण जो पॉइंट तुसीं याद रखने हैं वो हाँ जी, जदों मिक्सचर बनता है ना तो एनर्जी रिलीज़ होती है अते ना ही अब्जॉर्ब होती है। देखो स्टूडेंट, आई थिंक पिछे आप एक कन्फ्यूजन क्रिएट हो चुकी है। देखो स्टूडेंट, हुंदा की है, अगर आप कंपाउंड की गल करते हैं तो कंपाउंड जदों भी बनेगा तो की होएगा, या तो एनर्जी रिलीज़ होएगी या फिर एनर्जी अब्जॉर्ब होएगी। बट अगर आप गल करते हाँ मिक्सचर के कंडीशन दे विच, तो जदों भी मिक्सचर बनेगा तो आप देखा ना तो एनर्जी रिलीज़ होएगी अते ना ही अब्जॉर्ब होएगी, यानी कि ना तो बनेगी अते ना ही खत्म होएगी। हाँ जी स्टूडेंट, इस तो बाद आप गल करते हाँ इसकी एग्जाम्पल की। तो अगर क्वेश्चन पूछा जाए कि जो सोल्ट अते वाटर होंदा है ये किसकी एग्जाम्पल है, तो ये है जी मिक्सचर। शुगर अते वाटर ये भी किसकी एग्जाम्पल है, ये भी मिक्सचर की एग्जाम्पल है। साल्ट प्लस सैंड, वाटर प्लस सोइल, ये सारिया ही किस दियां एग्जाम्पल हैं, तो ये एग्जाम्पल हैं जी मिक्सचर दियां। लास्ट चीज़ जो जरूरी है वो है जी, मिक्सचर बनने तो बाद भी एलीमेंट या कंपाउंड का गुण बनया रहता है। फॉर एग्जाम्पल, अगर आप पानी दे विच साल्ट यानी कि नमक नूं मिलाया तो की होएगा जी, नमक का जो करैक्टर है वो बनया रहेगा। शुगर दे विच अगर आप वाटर मिलाया तो शुगर का जो करैक्टर है वो की है जी, बनया रहेगा। अज की वीडियो के विच सिर्फ इन्ना ही। अगर तुहानूं वीडियो पसंद आई है तो इसनूं लाइक करो, ज़्यादा तो ज़्यादा इसनूं शेयर करो।